In the name of the Father, Son and Holy Spirit. Amen. ਪ੍ਰਭੂ ਯੀਸ਼ੂ, ਅੱਜ ਅਸੀਂ ਤੁਹਾਡੇ ਨਾਮ ਦੇ ਵਿੱਚ ਪ੍ਰਾਰਥਨਾ ਕਰਨ ਲੱਗੇ ਸਭ ਭੈਣ ਭਾਈਆਂ ਦੇ ਲਈ। ਔਰ ਅੱਜ ਅਸੀਂ ਪ੍ਰਾਰਥਨਾ ਦੇ ਸ਼ਬਦ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰਾਰਥਨਾ ਦਾ ਕੀ ਅਸਰ ਆ, ਕਿਵੇਂ ਕਰਨੀ ਚਾਹੀਦੀ ਆ ਤੇ ਕਿਵੇਂ ਇਹਦਾ ਉੱਤਰ ਜਿਹੜਾ ਸਾਨੂੰ ਉਹ ਮਿਲਦਾ। ਸੋ ਪ੍ਰਭੂ ਯੀਸ਼ੂ ਨੇ ਕਿਹਾ ਕਿ ਸਾਨੂੰ ਬਾਈਬਲ ਦੇ ਵਿੱਚ ਪਵਿੱਤਰ ਸ਼ਾਸਤਰ 'ਚ ਲਿਖਿਆ ਕਿ ਤੁਸੀਂ ਹਮੇਸ਼ਾ ਪ੍ਰਾਰਥਨਾ ਕਰਦੇ ਰਹੋ। ਹੁਣ ਦੇਖੋ, ਅਸੀਂ ਜੀਵਤ ਕਿਸ ਤਰ੍ਹਾਂ ਵਾ ਕਿ ਅਸੀਂ ਸਾਹ ਲੈਂਦੇ ਹਾਂ, ਜੋ ਬਰੀਦਿੰਗ ਕਰਦੇ ਹਾਂ 24 ਆਵਰ ਕਰਦੇ ਰਹਿੰਦੇ ਹਾਂ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਹ ਹੀ ਲੈ ਰਹੇ ਹਾਂ ਕਿ ਆਟੋਮੈਟਿਕਲੀ ਕੰਮ ਚੱਲਦਾ ਰਹਿੰਦਾ। ਸੋ ਸਾਨੂੰ ਇਹ ਚੀਜ਼ ਜਿਹੜੀ ਆਪਣੇ ਮਨ 'ਚ ਵਸਾਉਣੀ ਚਾਹੀਦੀ ਕਿ ਹਰ ਇੱਕ ਸਾਹ ਦੇ ਨਾਲ ਸਾਨੂੰ ਪ੍ਰਭੂ ਦਾ ਧੰਨਵਾਦ ਸਾਡੇ ਅੰਦਰ ਜਿਹੜਾ ਵਾ ਉਹ ਚੱਲਦਾ ਰਹੇ। ਸੋ ਇਸ ਕਰਕੇ ਜਿੰਨਾ ਸਾਨੂੰ ਸਾਹ ਲੈਣਾ ਜ਼ਰੂਰੀ ਆ, ਬਰੀਦਿੰਗ ਜ਼ਰੂਰੀ ਆ, ਓਨਾ ਹੀ ਸਾਡੇ ਲਈ ਪਰਮਾਤਮਾ ਦਾ ਧੰਨਵਾਦ ਕਰਨਾ ਔਰ ਉਹਦੇ ਚਰਨਾਂ 'ਚ ਆਪਣੀਆਂ ਪ੍ਰਾਰਥਨਾ ਰੱਖਣੀਆਂ ਜ਼ਰੂਰੀ ਹਨ। ਸਭ ਤੋਂ ਵੱਡੀ ਗੱਲ ਕੀ ਆ ਕਿ ਪਰਮਾਤਮਾ ਨੇ ਸਾਨੂੰ ਸਭ ਕੁਝ ਸਹੀ ਦਿੱਤਾ। ਜਦੋਂ ਅਸੀਂ ਇਹ ਸਾਰਾ ਕੁਝ ਸੁਖੀ ਜੀਵਨ ਨੂੰ ਕਿਸ ਤਰ੍ਹਾਂ ਜਾ ਕੇ ਦੁੱਖ 'ਚ ਪੈਂਦੇ ਆ, ਕਿਉਂ ਅਸੀਂ ਉਹਦੀਆਂ ਆਗਿਆਵਾਂ ਨੂੰ ਭੁੱਲ ਜਾਂਦੇ ਆ, ਉਹਦੇ ਹੁਕਮਾਂ ਨੂੰ ਭੁੱਲ ਜਾਂਦੇ ਆ ਤੇ ਸ਼ੈਤਾਨ ਸਾਨੂੰ ਦੂਸਰੇ ਪਾਸੇ ਲਾ ਦਿੰਦਾ। ਮਗਰ ਸਾਨੂੰ ਨੇ ਸੁੱਖ ਸੁਵਿਧਾ ਤੇ ਸਾਰਾ ਕੁਝ ਜ਼ਿੰਦਗੀ 'ਚ ਦਿੱਤਾ। ਕਿਸ ਤਰ੍ਹਾਂ? ਉਹਨੇ ਸਾਡੇ ਸਾਰੇ ਪਾਪ ਜਿਹੜੇ ਉਹ क्षमा ਕਰ ਦਿੱਤੇ ਆ। ਜਦੋਂ ਉਹਨੇ ਕਰੂਸ ਉੱਤੇ ਆਪਣੇ ਜਾਨ ਦੇਤੀ, ਆਪਣਾ ਸਾਰਾ ਪਵਿੱਤਰ ਬਲੱਡ ਬਹਾਤਾ ਤੇ ਉਹਦੇ ਨਾਲ ਕੀ ਕੀਤਾ ਕਿ ਉਹਨੇ ਆਪਣੀ ਪ੍ਰਾਈਸ ਪੇ ਕਰਤੀ ਆ। ਮਗਰ ਸਾਨੂੰ ਸਾਰਿਆਂ ਨੂੰ ਖੁਸ਼ ਤੇ ਉਹਨੇ ਸੁਖੀ ਜੀਵਨ ਦੇਣ ਵਾਸਤੇ ਸਾਰਾ ਕੁਝ ਕਰ ਦਿੱਤਾ ਕਿ ਅੱਜ ਤੋਂ ਤੁਹਾਡੇ ਪਾਪ ਸਾਰੇ क्षमा ਨੇ ਤੇ ਤੂੰ ਬੰਦਿਆ ਹੁਣ ਕੀ ਕਰ, ਖਾ ਪੀ ਮੌਜ ਕਰ ਤੇ ਮੇਰੇ ਨਾਮ ਦਾ ਸ਼ੁਕਰੀਆ ਅਦਾ ਕਰ, ਮੇਰਿਆਂ ਹੁਕਮਾਂ ਦੀ ਪਾਲਣਾ ਕਰ। ਤੇ ਇਹਦੇ ਵਿੱਚ ਜੀ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਉਲੰਘਣਾ ਕਰਦੇ ਹਾਂ ਤੇ ਉਦੋਂ ਸਾਨੂੰ ਸ਼ੈਤਾਨ ਲੈ ਜਾਂਦਾ ਤੇ ਸਾਨੂੰ ਕੀ ਹੁੰਦਾ, ਦੋ ਤਰ੍ਹਾਂ ਦੇ ਦੁੱਖ ਆਉਂਦੇ ਆ। ਤੇ ਸਭ ਤੋਂ ਪਹਿਲਾਂ ਦੁੱਖ ਦੇ ਵਿੱਚ ਪਰਮਾਤਮਾ ਫਿਰ ਯਾਦ ਆਉਂਦਾ, ਫਿਰ ਸਾਨੂੰ ਪ੍ਰਾਰਥਨਾ ਯਾਦ ਆਉਂਦੀ ਹੈ। ਦੁੱਖ ਕੀ ਸਾਨੂੰ ਦੋ ਤਰ੍ਹਾਂ ਦੇ ਆਉਂਦੇ ਨੇ, ਜਾਂ ਤਾਂ ਇੱਕ ਸਰੀਰਕ ਤੌਰ 'ਤੇ ਬਿਮਾਰੀਆਂ ਹੁੰਦੀਆਂ ਨੇ ਜਾਂ ਕੋਈ ਤਕਲੀਫ ਹੁੰਦੀ ਆ। ਦੂਸਰੀ ਸਾਨੂੰ ਆਪਣੇ ਸੁੱਖ ਆਰਾਮ ਦੇ ਲਈ ਸਾਨੂੰ ਕੀ ਹੁੰਦਾ ਕਿ ਜਾਇਦਾਦ, ਪੈਸਾ, ਧਨ ਸਾਨੂੰ ਚਾਹੀਦਾ ਜਾਂ ਨੇਮ ਐਂਡ ਫੇਮ ਚਾਹੀਦਾ। ਉਦੋਂ ਅਸੀਂ ਕੀ ਆ, ਪਰਮਾਤਮਾ ਨੂੰ ਫਿਰ ਬਹੁਤ ਯਾਦ ਕਰਦੇ ਹਾਂ ਤਾਂ ਅਸੀਂ ਆਰਾਧਨਾ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਮਗਰ ਇਹਨਾਂ ਦੋਨਾਂ ਚੀਜ਼ਾਂ ਤੋਂ ਨੋਟ ਕਰਕੇ ਵੇਖਿਓ ਕਿ ਜੇ ਤੁਸੀਂ ਆਪਣੇ ਆਪ ਦੇ ਲਈ ਪ੍ਰਾਰਥਨਾ ਕਰਦੇ ਜੋ ਜਾਂ ਆਪਣੇ ਪਰਿਵਾਰ ਜਾਂ ਸਕੇ ਸੰਬੰਧੀਆਂ ਲਈ ਕਰਦੇ ਜੋ, ਇਹ ਇੱਕ ਸਹੀ ਆ ਕਿ ਕਰਨੀ ਚਾਹੀਦੀ ਆ ਸਾਰਿਆਂ ਦੇ ਲਈ। ਸਾਰੇ ਖੁਸ਼ ਰਹਿਣ, ਖੁਸ਼ੀ ਰਹਿਣ ਤੇ ਖੁਸ਼ਮਈ ਜਿਹੜਾ ਸੁਖਮਈ ਜੀਵਨ ਜਿਹੜਾ ਇਹ ਬਤੀਤ ਕਰਨ। ਪਰ ਇਹ ਸਾਰਾ ਸੰਸਾਰ ਵੀ ਤੁਹਾਡਾ ਭੈਣ ਭਰਾ ਵਾ। ਤੁਸੀਂ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਪ੍ਰਾਰਥਨਾ ਕਰੋ ਕਿ ਉਹ ਨਜਾਇਜ਼ ਜੇਲ੍ਹ ਦੇ ਵਿੱਚ ਚਲੇ ਗਏ। ਜਿਹੜੇ ਹਸਪੀਟਲ ਦੇ ਵਿੱਚ ਪਏ ਨੇ ਉਹਨਾਂ ਲਈ ਪ੍ਰਾਰਥਨਾ ਕਰੋ। ਆਪਣੇ ਦੇਸ਼ ਲਈ ਕਰੋ, ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਹਦੇ ਰਾਹੀਂ ਉਹਦੀ ਕਰੋ, ਤਾਂ ਜੋ ਕਿ ਸਾਡਾ ਦੇਸ਼ ਸਹੀ ਤਰੱਕੀ ਕਰੇ ਤੇ ਅਸੀਂ ਖੁਸ਼ ਤੇ ਸੁਖਮਈ ਜ਼ਿੰਦਗੀ ਇੱਥੇ ਬਤੀਤ ਕਰ ਸਕੀਏ। ਇਹ ਵੀ ਸਾਨੂੰ ਜ਼ਰੂਰੀ ਕਰਨਾ ਚਾਹੀਦਾ। ਹੁਣ ਹੈ ਕੀ ਗੱਲ ਕਿ ਸਾਨੂੰ ਬਾਈਬਲ ਕੀ ਸਿਖਾਉਂਦੀ ਆ ਕਿ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਆ, ਉਹ ਅੱਜ ਤੁਹਾਨੂੰ ਅਸੀਂ ਵਰਸ ਮਤੀ 6:6 ਪੜ੍ਹ ਕੇ ਸੁਣਾਉਂਦੇ ਆ ਕਿ ਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਆ। परंतु जब तू प्रार्थना करे तो अपनी कोठरी में जा और द्वार बंद करके अपने पिता से जो गुप्त में है प्रार्थना कर, और तब तेरा पिता जो गुप्त में देखता है तुझे प्रतिफल देगा। ਇਹ ਜੋ ਕੁਛ ਮੈਂ ਪੜ੍ਹਿਆ ਇਹ ਮਤੀ 6:6 ਆ, ਜਿਹਦੇ 'ਚ ਲਿਖਿਆ ਕਿ ਤੂੰ ਪ੍ਰਾਰਥਨਾ ਵੀ ਕਿਵੇਂ ਕਰਨੀ ਆ
ਤੇ ਕਿਸ ਤਰ੍ਹਾਂ ਕਰਨੀ ਹੁਣ ਸਾਨੂੰ ਦੱਸੀ ਗਈ ਆ ਕਿ ਜਾ ਕੇ ਆਪਣਾ ਦਰਵਾਜ਼ਾ ਬੰਦ ਕਰ, ਦੁਆਰ ਬੰਦ ਕਰ, ਤੇ ਹਿਰਦੇ ਦੇ ਪ੍ਰਾਰਥਨਾ ਹੈ ਕੀ ਆ ਕਿ ਜੋ ਤੇਰੇ ਹਿਰਦੇ 'ਚ ਆ ਉਹ ਗੱਲ ਤੂੰ ਪ੍ਰਭੂ ਨੂੰ ਦੱਸਣੀ। ਮਨ ਕੀ ਬਾਤ ਪ੍ਰਭੂ ਦੇ ਨਾਲ ਕਰਨਾ, ਉਹਨੂੰ ਅਸੀਂ ਕਹਿੰਦੇ ਆ ਕਿ ਪ੍ਰਾਰਥਨਾ ਕੀਤੀ। ਸੋ ਅੱਜ ਤੁਸੀਂ ਇਕੱਲੇ ਬਹਿ ਕੇ ਆਪਣੇ ਜੋ ਵੀ ਤੁਹਾਨੂੰ ਕੋਈ, ਜਿਸ ਤਰ੍ਹਾਂ ਕੋਈ ਸਰੀਰਕ ਤੌਰ ਤੇ ਜਾਂ ਤੁਹਾਨੂੰ ਮਾਲੀ ਤੌਰ ਤੇ ਕੋਈ ਅਮਦਾਦ ਚਾਹੀਦੀ ਆ, ਜਾਂ ਤੁਸੀਂ ਜਨਰਲ ਆਪਣੇ ਦੇਸ਼ ਲਈ ਜਾਂ ਆਪਣੇ ਭੈਣ ਭਰਾ ਜਿਹੜੇ ਕਿ ਕਸ਼ਟ ਸਹਿ ਰਹੇ ਜੇਲ੍ਹ ਦੇ ਵਿੱਚ ਜਾਂ ਹਸਪੀਟਲ ਦੇ ਵਿੱਚ ਕਸ਼ਟ ਸਹਿ ਰਹੇ ਨੇ, ਤੁਸੀਂ ਉਹਨਾਂ ਲਈ ਪ੍ਰਾਰਥਨਾ ਕਰਨੇ ਆ। ਤੇ ਪ੍ਰਭੂ ਦੇ ਕੋਲ ਤੁਸੀਂ ਅੰਦਰ ਜਾ ਕੇ ਮੰਗੋ। ਤੇ ਪ੍ਰਭੂ ਕੀ ਕਹਿੰਦਾ, ਮੈਂ ਪ੍ਰਾਰਥਨਾ 'ਚ ਕੀ ਕਰੂੰਗਾ। ਪ੍ਰਭੂ ਦੇ ਆਨਸਰ ਤੁਸੀਂ ਇੱਕ ਵਾਰ ਧਿਆਨ ਨਾਲ ਸੁਣਨਾ ਕਿ 3 ਸਿਰਫ ਆਨਸਰ ਇੱਕ ਪ੍ਰੇਅਰ ਦੇ ਹੁੰਦੇ ਨੇ। ਜਦੋਂ ਵੀ ਅਸੀਂ ਪ੍ਰੇਅਰ ਕਰਦੇ ਹਾਂ ਉਹਦੇ 3 ਆਨਸਰ ਹੁੰਦੇ ਨੇ। ਕੀ? ਜਾਂ ਤੇ ਤੁਹਾਡੀ ਪ੍ਰਾਰਥਨਾ ਉਸੇ ਵਕਤ ਸੁਣੀ ਜਾਏਗੀ। ਨੰਬਰ 2, ਜਾਂ ਤੁਹਾਡੀ ਪ੍ਰਾਰਥਨਾ ਬਿਲਕੁਲ ਨਹੀਂ ਸੁਣੀ ਜਾਏਗੀ। ਜਾਂ ਕੀ ਹੋਏਗਾ ਕਿ ਇਹ ਵੀ ਹੋ ਸਕਦਾ ਕਿ ਦੇਰੀ ਨਾਲ ਤੁਹਾਨੂੰ ਉਹ ਪ੍ਰਾਰਥਨਾ ਦਾ ਜਵਾਬ ਮਿਲੇ। ਹੁਣ ਤਿੰਨਾਂ ਦਾ ਕੀ ਮਤਲਬ ਹੋਇਆ ਕਿ ਪਹਿਲੀ ਇਹ ਕਿ ਪ੍ਰਾਰਥਨਾ ਸੁਣੀ ਨਾ ਗਈ। ਅਸੀਂ ਕੀ ਕਰਦੇ ਹਾਂ ਕਿ ਅਸੀਂ ਜਿੰਨੇ ਵੀ ਮੈਨਕਾਈਂਡ ਆ, ਸੁਭਾਵਿਕ ਤੌਰ ਤੇ ਅਸੀਂ ਇੱਕ ਲਾਲਚੀ ਇਨਸਾਨ ਆ। ਅਸੀਂ ਹਮੇਸ਼ਾ ਹੀ ਉਹ ਚੀਜ਼ ਮੰਗਦੇ ਹਾਂ ਲਾਲਚ ਨਾਲ ਪਰਮਾਤਮਾ ਦੇ ਕੋਲ। ਤੇ ਉਹ ਪਰਮਾਤਮਾ ਸਾਨੂੰ ਕਿਸ ਤਰ੍ਹਾਂ ਦੇਗਾ ਬਈ? ਸਾਡਾ ਉਹਦੇ 'ਚ ਲਾਲਚ ਤੇ ਸਵਾਰਥ ਛੁਪਿਆ ਹੋਇਆ, ਮਗਰ ਅਸੀਂ ਉਹ ਪ੍ਰਾਰਥਨਾ ਕਰਦੇ ਹਾਂ। ਇਹ ਨਹੀਂ ਕਿ ਪਰਮਾਤਮਾ ਨਹੀਂ ਸੁਣਦਾ, ਸਾਡੇ ਸਵਾਰਥ ਨੂੰ ਵੀ ਵੇਖਦਾ, ਸਾਡੇ ਲਾਲਚ ਨੂੰ ਵੀ ਵੇਖਦਾ, ਪਰ ਉਹ ਕੀ ਹੈ ਕਿ ਤੁਹਾਨੂੰ ਨਹੀਂ ਮਿਲਣਾ। ਠੀਕ ਹੈ ਜੀ। ਨੰਬਰ 2 ਆ ਗਈ ਕਿ ਪ੍ਰਾਰਥਨਾ ਜਿਹੜੀ ਤੁਸੀਂ ਕਰਦੇ ਜੋ, ਉਹਦਾ ਤੁਹਾਨੂੰ ਦੇਰੀ ਨਾਲ ਉੱਤਰ ਮਿਲਦਾ। ਕਿਸ ਤਰ੍ਹਾਂ ਦੇਰੀ ਨਾਲ ਮਿਲਦਾ? ਕਿ ਤੁਸੀਂ ਜੋ ਮੰਗਦੇ ਹੋ ਉਹ ਤੋਂ ਕੀਤਾ ਪਰਮਾਤਮਾ ਸਾਨੂੰ ਵਧੀਆ ਦੇਣਾ ਚਾਹੁੰਦਾ ਹੋਵੇ, ਇਸ ਕਰਕੇ ਤੁਸੀਂ ਇੰਤਜ਼ਾਰ ਉਹ ਕਰੋ ਤੇ ਤੁਹਾਨੂੰ ਕੀ ਆ ਉਹ ਮਿਲੇਗਾ ਜ਼ਰੂਰ। ਤੇ ਕਈ ਵਾਰ ਹੁੰਦਾ ਵਾ ਕਿ ਤੁਰੰਤ ਤੁਹਾਨੂੰ ਉਹਦਾ ਆਨਸਰ ਜਿਹੜਾ ਵਾ ਉਹ ਮਿਲ ਜਾਂਦਾ। ਉਹ ਕਿਉਂ ਮਿਲ ਜਾਂਦਾ ਤੁਰੰਤ ਆਨਸਰ? ਉਹਦਾ ਰੀਜ਼ਨ ਇਹ ਆ ਕਿ ਤੁਹਾਡਾ ਹਿਰਦੇ ਤੁਸੀਂ ਕਿਸ ਤਰ੍ਹਾਂ ਮੰਗਦੇ ਜੋ। ਤੁਸੀਂ ਅੰਦਰ ਦੇ ਹਿਰਦੇ ਤੋਂ ਰੋ ਕੇ ਆਪਣੇ ਸਾਰੇ ਸੈਂਟੀਮੈਂਟਲ ਦੇ ਨਾਲ, ਕਿਉਂਕਿ ਤੁਹਾਨੂੰ ਅਤੀ ਜ਼ਰੂਰਤ ਆ ਉਸ ਚੀਜ਼ ਦੀ, ਤੇ ਤੁਹਾਨੂੰ ਉਹ ਪਰਮਾਤਮਾ ਫਿਰ ਵੇਟ ਨਹੀਂ ਕਰਾਉਂਦਾ ਤੇ ਉਸੇ ਵਕਤ ਤੁਹਾਨੂੰ ਉਹ ਪੂਰਾ ਕਰ ਦਿੰਦਾ ਜੋ ਤੁਸੀਂ ਉਹ ਮੰਗਦੇ ਹੋ। ਕੀ ਉਹਨੇ ਕਿਹਾ? ਕਿਉਂਕਿ ਜੋ ਕੋਈ ਮੰਗਤਾ ਹੈ ਉਸੇ ਮਿਲता है और जो ढूंढता है वह पाता है और जो खटखटाता है उसके लिए खोला जाएगा। ਇਹ ਮਤੀ 7:7 ਦੇ ਵਿੱਚ ਬਾਈਬਲ 'ਚ ਲਿਖਿਆ ਇਹ ਸ਼ਬਦ ਜਿਹੜੇ ਨੇ ਕਿ ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਮਿਲੇਗਾ। ਤੇ ਉਹ ਜਦੋਂ ਤੁਸੀਂ ਦਰਵਾਜ਼ਾ ਖਟਖਟਾਉਂਦੇ ਜੋ ਤੇ ਤੁਹਾਡੇ ਲਈ ਖੋਲ੍ਹਾ ਜਾਏਗਾ। ਪ੍ਰਭੂ ਕਹਿੰਦਾ ਤੂੰ ਆਪਣੇ ਦਿਲ ਦਾ ਦਵਾਰ ਖੋਲ, ਮੈਂ ਤੇ ਰੋਜ਼ ਆ ਕੇ ਖਟਖਟਾਉਣਾ, ਮੈਂ ਤੇਰੇ ਨਾਲ ਬੈਠ ਕੇ ਭੋਜਨ ਕਰਕੇ ਜਾਣਾ ਚਾਹੁੰਦਾ। ਮਗਰ ਅਸੀਂ ਲੋਕ ਜਿਹੜੇ ਆ ਉਹ ਕਿੰਨੇ ਕੁ ਦਿਲ ਦੇ ਪੱਕੇ ਆ, ਅਸੀਂ ਆਪਣਾ ਪ੍ਰਭੂ ਵਾਸਤੇ ਦਰਵਾਜ਼ਾ ਨਹੀਂ ਖੋਲ੍ਹਦੇ। ਤੇ ਸਾਨੂੰ ਕੀ ਕਰਨਾ ਚਾਹੀਦਾ? 24 ਆਵਰ ਜਿਸ ਤਰ੍ਹਾਂ ਹੀ ਸਾਹ ਲੈਂਦੇ ਉਸੇ ਤਰ੍ਹਾਂ ਸਾਡਾ ਹਿਰਦੇ ਪਰਮਾਤਮਾ ਦੇ ਵਿੱਚ ਲੀਨ ਹੋਣਾ ਚਾਹੀਦਾ ਵਾ। ਉਹ ਪਰਮਾਤਮਾ ਦੀ ਹਮੇਸ਼ਾ ਪ੍ਰਾਰਥਨਾ, ਆਰਾਧਨਾ, ਸ਼ੁਕਰੀਆ, ਧੰਨਵਾਦ, ਥੈਂਕਸ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਵਾ। ਉਸ ਤੋਂ ਬਾਅਦ ਮਤੀ 18 ਦਾ 19 ਔਰ 20 ਮੈਂ ਤੁਹਾਨੂੰ ਹੁਣ ਬਾਈਬਲ ਦੇ ਵਿੱਚੋਂ पढ़ के सुनाऊंगा। फिर मैं तुमसे कहता हूँ, यदि तुम में से 2 जन पृथ्वी पर किसी बात के लिए जिस वे मैं मांगे एक मन होकर, तो वह मेरे पिता की ओर से जो स्वर्ग में है उनके लिए हो जाएगी। क्योंकि यहाँ 2 या 3 मेरे नाम पे इकट्ठे होते, वहाँ मैं उनके बीच में होता हूँ। ਪ੍ਰਭੂ ਯੀਸ਼ੂ ਨੇ ਬੜੀ ਸਪਸ਼ਟ ਗੱਲ ਕੀਤੀ ਆ ਕਿ ਜਦੋਂ ਤੁਸੀਂ 2 ਜਾਂ 3 ਭੈਣ ਭਰਾ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੇ ਜੋ, ਉਹ ਤੁਹਾਡੇ ਲਈ ਪੂਰਾ ਹੋਏਗਾ। ਹੁਣ ਦੂਸਰੀ ਗੱਲ ਨੂੰ ਇੱਥੇ ਨੋਟ ਕਰਨ ਵਾਲਾ ਕੀ ਹੈ ਕਿ ਅਸੀਂ ਜਦੋਂ ਇਕੱਲੇ ਹੁੰਦੇ ਹਾਂ, ਪਰਮਾਤਮਾ ਨੇ ਜਦੋਂ ਇਹ ਸਾਨੂੰ ਇੱਕ ਗੱਲ ਕੀਤੀ ਕਿ ਮੇਰੇ ਨਾਮ ਦੇ ਵਿੱਚ 2 ਜਾਂ 3 ਭੈਣ ਭਰਾ ਇਕੱਠੇ ਹੁੰਦੇ ਜੋ ਪ੍ਰਾਰਥਨਾ ਕਰਨ ਲਈ, ਉਦੋਂ ਮੈਂ ਤੁਹਾਡੇ ਵਿੱਚ ਮੌਜੂਦ ਹੁੰਦਾ। ਪਰ ਅਗਲੀ ਗੱਲ ਵੀ ਨੋਟ ਕਰਨੀ ਚਾਹੀਦੀ, ਜਦੋਂ ਤੁਸੀਂ ਇਕੱਲੇ ਹੁੰਦੇ ਜੋ ਤੇ ਪਰਮਾਤਮਾ ਕਿੱਥੇ ਹੁੰਦਾ? ਤੁਹਾਡੇ
ਮਨ ਦੇ ਵਿੱਚ ਪਰਮਾਤਮਾ ਹੁੰਦਾ। ਇਸ ਕਰਕੇ ਤੁਸੀਂ ਇਹ ਨਹੀਂ ਸਮਝਣਾ ਕਿ ਪਰਮਾਤਮਾ ਤੁਹਾਡੇ ਤੋਂ ਬਾਹਰ ਹੋ ਗਿਆ। ਉਹ ਤੁਹਾਡੀਆਂ ਸਾਰੀਆਂ ਹਰਕਤਾਂ ਜਿਹੜੀਆਂ ਅਸੀਂ ਉਹਨਾਂ ਕੋਲ ਲੁਕੋ ਕੇ ਕਰਦੇ ਆ, ਉਹ ਵੀ ਪੂਰੀਆਂ ਜਿਹੜੀਆਂ ਨੇ ਉਹ ਜਾਣਦੇ ਨੇ। ਇਸ ਕਰਕੇ ਜੋ ਹੀ ਗੁਪਤ ਵਿੱਚ ਮੰਗਿਆ ਹੋਊਗਾ ਉਹ ਵੀ ਉਹ ਸੁਣਦੇ ਨੇ। ਅਗਰ ਉਹ ਬਿਲਕੁਲ 16 ਆਨੇ ਸਹੀ ਆ, ਤੁਹਾਡੀ ਜ਼ਰੂਰਤ ਆ, ਤਾਂ ਉਹ ਜ਼ਰੂਰ ਤੁਹਾਨੂੰ ਦਿੰਦੇ ਨੇ। ਤੇ ਜੇ ਤੁਸੀਂ ਉਸ ਦਾਇਰੇ ਤੋਂ ਬਾਹਰ ਦੀਆਂ ਮੰਗਦੇ, ਜੋ ਮੇਰੀ ਲਾਟਰੀ ਨਿਕਲ ਆਵੇ, ਮੇਰੇ 6 ਮਹਿਲ ਬਣ ਜਾਣ, ਮੇਰੀਆਂ ਗੱਡੀਆਂ 10 ਬਣ ਜਾਣ, ਅੱਜ ਮੈਨੂੰ $1,00,000 ਮਿਲ ਜਾਏ, ਤਾਂ ਉਹ ਸੌਰੀ ਬਈ, ਉਹੋ ਜਿਹੀਆਂ ਪ੍ਰਾਰਥਨਾ ਪਿਤਾ ਸਾਡਾ ਜਿਹੜਾ ਉਹ ਨਹੀਂ ਸੁਣਦਾ। ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖਣਾ ਕਿ ਇੱਥੇ ਇੱਕ ਚੀਜ਼ ਬੜੀ ਅਹਿਮ ਹੋ ਜਾਂਦੀ ਆ ਕਿ ਤੁਸੀਂ ਜੇਕਰ ਪੁੱਛ ਸਕਦੇ ਹੋ ਕਿ ਅਸੀਂ ਕਿਹੜੇ ਵੇਲੇ ਪ੍ਰਾਰਥਨਾ ਕਰੀਏ, ਉਹ ਵੀ ਤੁਹਾਨੂੰ ਅੱਜ ਦੱਸ ਦਿੰਦੇ ਆ ਕਿ ਤੁਸੀਂ ਹਰ ਵਕਤ 24 ਆਵਰ ਜਦੋਂ ਮਰਜ਼ੀ ਪ੍ਰਾਰਥਨਾ ਕਰ ਜਾਂਦੇ ਜੋ। ਕਦੀ ਵੀ ਇਹ ਹੌਟ ਲਾਈਨ ਆ ਪਰਮਾਤਮਾ ਦੀ ਕਿ ਤੁਸੀਂ ਇਹ ਗੱਲ ਨੂੰ ਨੋਟ ਕਰਨਾ, ਕਦੀ ਇਸ ਲਾਈਨ ਦੇ ਵਿੱਚ ਇਹ ਨਹੀਂ ਆਏਗਾ ਕਿ ਅਭੀ ਲਾਈਨੇ ਵਿਅਸਤ ਹੈ, ਥੋੜੀ ਦੇਰ ਬਾਅਦ ਮੇਰੇ ਸੇ ਬਾਤ ਕੀਜੀਏ। ਸੋ ਕੀ ਆ ਕਿ ਚਾਹੇ ਸਾਰਾ ਸੰਸਾਰ ਜਿੰਨੇ ਵੀ ਇਹਦੇ ਵਿੱਚ ਪ੍ਰਾਣੀ ਨੇ, 7.8 ਬਿਲੀਅਨ ਦੇ ਲੋਕ ਨੇ, ਐਟ ਏ ਟਾਈਮ ਸਾਰੇ ਗੱਲਾਂ ਕਰਨ 'ਚੋਂ ਸਾਰੇ ਕਰ ਸਕਦੇ ਆ। ਕਦੀ ਨਹੀਂ ਆਏਗਾ ਕਿਉਂਕਿ ਸਾਡਾ ਰੱਬ ਕਦੀ ਸੌਂਦਾ ਨਹੀਂ। ਕਿਉਂ? ਇਸ ਕਰਕੇ ਨੋਟ ਕਰੋ, ਹਮੇਸ਼ਾ ਹੀ ਤੁਸੀਂ ਉਹਦੇ ਨਾਲ 24 ਆਵਰ ਗੱਲ ਕਰ ਸਕਦੇ ਜੋ। ਦੇਖੋ ਕਿੱਡੀ ਅਹਿਮ ਗੱਲ ਆ, ਤੁਹਾਡੇ ਕੋਲ ਕੋਈ ਟਾਈਮ ਮਿਲੇ ਤੁਸੀਂ ਉਸ ਵਕਤ ਪ੍ਰਾਰਥਨਾ ਕਰਕੇ ਉਹਨੂੰ ਪੂਰਾ ਕਰ ਲਓ ਕਿ ਆਪਣੇ ਮਨ ਦੀ ਗੱਲ ਜਿਹੜੀ ਆ ਉਹ ਪ੍ਰਭੂ ਦੇ ਨਾਲ ਕਰ ਲਓ। ਔਰ ਕੋਈ ਪੈਸਾ ਨਹੀਂ ਲੱਗੇਗਾ, ਕੋਈ ਲਾਈਨ ਜਿਹੜੀ ਆ ਉਹ ਵਿਵਸਥਾ ਨਹੀਂ ਆਏਗੀ ਕਿ ਮੇਰੀ ਲਾਈਨ ਬਿਜ਼ੀ ਹੈ ਤੇ ਮੈਨੂੰ ਥੋੜੀ ਦੇਰ ਬਾਅਦ ਤੁਸੀਂ ਕਰੋ। ਇਹਦੇ ਵਿੱਚ ਗਾ ਨੋਟ ਕਰਨ ਵਾਲੀ ਗੱਲ ਕੀ ਆ कि यदि तुम विश्वास रखो, देखो, और संदेह ना करो, तो यदि इस पहाड़ से भी कहोगे कि उखड़ जा और समुंदर में जा पड़, तो जे हो जाएगा। की नहीं करना आपां? विश्वास रखना, विश्वास नहीं खोना, संदेह नहीं करना। जदों संदेह नहीं कीता ते विश्वास तुहाडा दृढ़ आ, तो वो काम जिहड़ा हो ही जाना है। और जो कुछ तुम प्रार्थना में विश्वास में मांगोगे वह सब तुमको मिलेगा। जो विश्वास तुसीं मंगया वो तुहानूं सारा कुछ मिलेगा। ये वर्स हैगी जी मती 21 ते 22, 21 वर्स मती दी, 21 ਤੇ 22 ਉਹਦੀ ਬਾਈਬਲ ਦੇ ਵਿੱਚ ਲਿਖਤਾ। ਇਹ ਪਰਮਾਤਮਾ ਵੱਲੋਂ ਕਿਹਾ ਵਾ ਕਿ ਤੁਹਾਡੇ ਵਿੱਚ ਜਿਹੜਾ ਵਾ ਵਿਸ਼ਵਾਸ ਹੋਣਾ ਚਾਹੀਦਾ, ਔਰ ਵਿਸ਼ਵਾਸ ਦੇ ਨਾਲ ਕੀ ਹੋਣਾ ਚਾਹੀਦਾ, ਤੁਹਾਡਾ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ, ਤੁਹਾਨੂੰ ਕੋਈ ਸ਼ੰਕਾ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਅਸੀਂ ਇੱਕ ਬਾਈਬਲ ਦੇ ਵਿੱਚ ਪੜ੍ਹਦੇ ਹਾਂ, जे जाति बिना प्रार्थना और उपवास किसी और उपाय से निकाल नहीं सकती। कि जेकर तुसी कुछ भी पाउना ਜਾਂ ਹਾਸਲ ਕਰਨਾ, ਉਹ ਕਿਸ ਤਰ੍ਹਾਂ ਹੋ ਸਕਦਾ? ਜਾਂ ਤੇ ਉਪਵਾਸ ਕਰਕੇ ਗੱਲ ਕਰੋ। ਕੱਲ ਵੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਉਪਵਾਸ ਜਿਹੜਾ ਕਿੰਨਾ ਚੀਜ਼ਾਂ ਦਾ ਕਰਨਾ ਵਾ, ਉਹਨਾਂ ਚੀਜ਼ਾਂ ਨੂੰ ਆਪਣੇ ਚੋਂ ਕਮਜ਼ੋਰੀਆਂ ਨੂੰ ਦੂਰ ਕਰੋ, ਤੇ ਬਿਨਾਂ ਪ੍ਰਾਰਥਨਾ ਦੇ ਇਹਦਾ ਕੋਈ ਉਪਾਅ ਨਹੀਂ। ਪ੍ਰਾਰਥਨਾ ਇੰਨੀ ਕੁ ਜ਼ਰੂਰੀ ਆ ਕਿ ਪ੍ਰਭੂ ਦੇ ਨਾਲ ਆਪਣੇ ਮਨ ਦੀ ਗੱਲ ਕਰਨੀ, ਉਹ ਹੈ ਪ੍ਰਾਰਥਨਾ। ਕੁਛ ਇਹਦੇ ਬਾਰੇ ਸੋਚਣ ਦੀ ਕੋਈ ਵਿਧੀ ਵਿਧਾਨਤ ਨਹੀਂ, ਕੋਈ ਮੰਤਰ ਨਹੀਂ, ਕੋਈ ਕੁਛ ਨਹੀਂ। ਕੀ ਆ? ਆਪਣਾ ਜਾਓ, ਕਮਰਾ ਬੰਦ ਕਰੋ, ਆਪਣੇ ਹਿਰਦੇ 'ਚ ਜੋ ਵੀ ਭਾਵਨਾ ਤੁਹਾਡੀ ਦਿਲੀ ਭਾਵਨਾ ਵਾ ਉਹ ਪਰਮਾਤਮਾ ਦੇ ਨਾਲ ਤੁਸੀਂ ਸ਼ੇਅਰ ਕਰੋ। ਪਰਮਾਤਮਾ ਦਾ ਭਜਨ ਗਾਓ, ਉਹਦੀ ਪ੍ਰਸ਼ੰਸਾ ਕਰੋ, ਉਹਦੇ ਸ਼ੁਕਰੀਆ ਅਦਾ ਕਰੋ, ਤੇ ਪਰਮਾਤਮਾ ਦੇ ਕੋਲੋਂ ਸਿਰਫ ਤੇ ਸਿਰਫ ਪ੍ਰਾਰਥਨਾ ਦੇ ਨਾਲ ਅਸੀਂ ਸਭ ਕੁਝ ਪਾ ਸਕਦੇ ਹਾਂ। और मैं तुमसे कहता हूँ कि मांगो कि तुम्हें दिया जाएगा, ढूंढो तो तुम पाओगे, खटखटाओ तो तुम्हारे लिए खोला जाएगा। क्योंकि जो कोई मांगता है उसे मिलता है, और जो ढूंढता है वह पाता है, और जो खटखटाता है उसके लिए खोला जाएगा। ये लूका 1-10 तुसी जदों पढ़ोगे, 9 ਤੇ 10, ਲੂਕਾ ਦਾ 9 ਤੇ 10 ਜਦੋਂ ਤੁਸੀਂ ਪੜ੍ਹੋਗੇ, ਇਹ ਸਾਰੇ ਸ਼ਬਦ ਤੁਹਾਨੂੰ ਉਹਦੇ ਵਿੱਚ ਮਿਲਣਗੇ। ਸੋ ਇਹ ਸਾਡੀ ਜਿਹੜੀ ਆ ਵਿਧੀ ਵਿਧਾਨਤ ਸਾਡੇ
ਸਾਨੂੰ ਪਵਿੱਤਰ ਸ਼ਾਸਤਰ ਕੀ ਸਿਖਾਉਂਦਾ ਵਾ ਕਿ ਕਿਵੇਂ ਪ੍ਰਾਰਥਨਾ ਕਰਨੀ ਆ, ਕਿਵੇਂ ਅਸੀਂ ਪ੍ਰਭੂ ਦੇ ਕੋਲੋਂ ਮੰਗਣਾ ਵਾ। ਤਾਂ ਸੋ ਇਹ ਆ ਹੁਣ ਯਹੋਨਾ 14 ਦਾ 13 ਤੇ 14 ਮੈਂ ਬਾਈਬਲ ਦੇ ਵਿੱਚੋਂ ਪੜ੍ਹਦਾ ਵਾਂ। और जो कुछ तुम मेरे नाम से मांगोगे वही मैं करूँगा कि पुत्र के द्वारा पिता की महिमा हो। यदि तुम मुझसे मेरे नाम से कुछ मांगोगे तो मैं उसे ਕਰੂੰਗਾ। ਜਦੋਂ ਵੀ ਕਹਿੰਦੇ ਅਸੀਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਹੀ ਇਹ ਸਭ ਕੁਝ ਮੰਗਦੇ ਆ ਤਾਂ ਉਦੋਂ ਸਾਨੂੰ ਸਾਰਾ ਕੁਝ ਮਿਲਦਾ। ਕਿ ਜਦੋਂ ਵੀ ਅਸੀਂ ਪ੍ਰਾਰਥਨਾ ਕਰੀਏ, ਪ੍ਰਾਰਥਨਾ ਕਰਨ ਦੇ ਵਿੱਚ ਬਾਅਦ ਦੇ ਵਿੱਚ ਸਾਨੂੰ ਕੀ ਕਹਿਣਾ ਚਾਹੀਦਾ ਕਿ ਸਾਰਾ ਕੁਝ ਅਸੀਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ, ਸਾਰਾ ਕੁਝ ਅਸੀਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਮੰਗਦੇ ਆ। ਇਹ ਮੈਨ ਦਾ ਮਤਲਬ ਆ ਕਿ ਜਿਸ ਤਰ੍ਹਾਂ ਅਸੀਂ ਮੰਗਿਆ ਇਸੇ ਤਰ੍ਹਾਂ ਹੀ ਪ੍ਰਭੂ ਜੀ ਇਹ ਪੂਰਾ ਹੋਏ। ਤਾਂ ਸਾਨੂੰ ਸਾਰਾ ਕੁਝ ਕੀ ਆ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਮੰਗਣਾ ਚਾਹੀਦਾ। यदि तुम मुझ में बने रहो और मेरी बातें तुम में बनी रहे, जो चाहो मांगो वह तुम्हारे लिए हो जाएगा। ਯਹੋਨਾ 15 ਦਾ 7 ਮੈਂ ਪੜ੍ਹਿਆ ਹੁਣ ਕਿ ਜਿਹਦੇ ਵਿੱਚ ਉਹਨੇ ਕਿਹਾ यदि तुम मुझ में बने रहो और मेरी बातें तुम में बनी रहे तो जो चाहो ਮੰਗੋ ਔਰ ਤੁਹਾਡੇ ਲਈ ਹੋ ਜਾਏਗਾ। ਹੁਣ ਇਹਦਾ ਮਤਲਬ ਸਾਡੇ ਲਈ ਕੀ ਆ ਕਿ ਪ੍ਰਭੂ ਯੀਸ਼ੂ ਨੇ ਸਾਡੇ ਲਈ ਬਹੁਤ ਵਧੀਆ ਇੱਕ ਸਿਧਾਂਤ ਬਣਾਇਆ। ਉਹ ਕੀ ਆ? ਪਵਿੱਤਰ ਸ਼ਾਸਤਰ। ਤੁਸੀਂ ਰੋਜ਼ ਪੜ੍ਹੋ, ਉਹਦੀਆਂ ਆਗਿਆ ਦਾ ਜਿਹੜਾ ਵਾ ਉਹ ਪਾਲਨ ਕਰੋ ਤੇ ਤੁਸੀਂ ਕੀ ਹੋ ਜੇ? ਪ੍ਰਭੂ ਦੇ ਰਾਹ ਤੇ ਚੱਲ ਰਹੇ ਤੇ ਪ੍ਰਭੂ ਦੇ ਵਿੱਚ ਬਣੇ ਰਹੇ। ਜਦੋਂ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹੇ ਤੇ ਪ੍ਰਭੂ ਕੀ ਕਹਿੰਦਾ? ਮੇਰੇ ਨਾਮ ਦੇ ਵਿੱਚ ਜੋ ਮਰਜ਼ੀ ਮੰਗੋ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ। ਤੇ ਕਿਉਂ? ਤੁਸੀਂ ਸਿਧਾਂਤ ਤੋਂ ਬਾਹਰ ਕੁਝ ਨਹੀਂ ਮੰਗੋਗੇ, ਗਲਤ ਗੱਲ ਕਰੋਗੇ ਕੋਈ ਨਹੀਂ, ਕਿਉਂਕਿ ਤੁਸੀਂ ਬਾਈਬਲ ਪੜ੍ਹਦੇ ਜੋ। ਬਾਈਬਲ ਦਾ ਕੀ ਅਰਥ ਆ ਕਿ ਤੁਹਾਨੂੰ ਇਹ ਮੁੱਢਲੀ ਸਿੱਖਿਆ ਦਿੰਦੀ ਆ ਕਿ ਹਾਊ ਟੂ ਲਿਵ ਇਨ ਦਾ ਅਰਥ। ਸੋ ਇਸ ਕਰਕੇ ਤੁਸੀਂ ਪਰਮਾਤਮਾ ਵਿੱਚ ਬਣੇ ਰਹਿਣ ਵਾਸਤੇ ਕੀ ਆ? ਪਵਿੱਤਰ ਸ਼ਾਸਤਰ ਨੂੰ ਪੜ੍ਹੋ ਤਾਂ ਉਹਦੀ ਰੀਤੀ ਦੇ ਮੁਤਾਬਕ ਜਿਹੜੀ ਆ ਉਹ ਤੁਸੀਂ ਸਾਰਾ ਕੁਝ ਪਾਓਗੇ। ਸੋ ਅਸੀਂ ਕੀ ਪ੍ਰਾਰਥਨਾ, ਸਾਨੂੰ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਇੱਕ ਪ੍ਰਾਰਥਨਾ ਕਰਨੀ ਸਿਖਾਈ ਸੀ ਕਿ ਉਹਨੇ ਕਿਹਾ ਵੀ ਇਸ ਤਰ੍ਹਾਂ ਇਸ ਰੀਤੀ ਨਾਲ ਤੁਸੀਂ ਪ੍ਰਾਰਥਨਾ ਕਰੋ। ਅੱਜ ਮੈਂ ਉਹ ਥੋੜ੍ਹਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾਉਣਾ, ਤੁਸੀਂ ਵੀ ਉਸ ਰੀਤੀ ਨਾਲ ਪ੍ਰਾਰਥਨਾ ਕਰ ਸਕਦੇ ਜੋ। ਕਿਸ ਤਰ੍ਹਾਂ ਕਿ हे ਈਸ਼ਵਰ ਜੋ ਤੂੰ ਸਵਰਗ 'ਚ ਹੈ, ਤੇਰਾ ਨਾਮ ਪਵਿੱਤਰ ਮਾਨਾ ਜਾਏ, ਤੇਰੇ ਨਾਮ ਦੇ ਵਿੱਚ ਸਾਰਾ ਕੁਝ ਆਧਾਰ। ਸੋ ਇਹ ਲਾਈਨਾਂ ਜਿਹੜੀਆਂ ਨੇ, ਤੇਰਾ ਨਾਮ ਪਵਿੱਤਰ ਮਾਨਾ ਜਾਏ, ਇਹਨੂੰ ਤੁਸੀਂ ਕੱਢ ਕੇ ਬਾਈਬਲ ਦੇ ਵਿੱਚੋਂ ਵਰਸ ਨੂੰ ਔਰ ਇਹਨੂੰ ਪੜ੍ਹੋ ਸਾਰੀ ਨੂੰ, ਕਿ ਸਾਰੀ ਇਹ ਸਿੱਖਿਆ ਸਾਨੂੰ ਦਿੰਦੀ ਆ ਕਿ ਕਿਵੇਂ ਕਰਨੀ ਆ। ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਪੂਰਾ ਪੜ੍ਹ ਕੇ ਵੀ ਸੁਣਾਉਂਗਾ ਕਿ ਕਿਵੇਂ ਕੀਤਾ ਜਾਵੇ। ਫਸਟ ਥੈਸਲੋਨੀਕੀਓ 5:17 ਦੇ ਵਿੱਚ ਕੀ ਨਾ, ਨਿਰੰਤਰ ਪ੍ਰਾਰਥਨਾ ਮੇ ਲਗੇ ਰਹੋ। कि की क्या परमात्मा ने कि निरंतर प्रार्थना में लगे रहो। सो मैं सच चाहता हूँ कि हर जगह पुरुष बिना क्रोध और विवाद के पवित्र हाथों को उठाकर प्रार्थना किया करे। अभी परमात्मा ने सानू प्रार्थना करना जिहड़ा वा ਉਹ ਸਿਖਾਇਆ कि किवें ਅਸੀਂ करना वा। ਉਹ ਅੱਜ ਸਾਡੀ ਪ੍ਰਾਰਥਨਾ ਜਿਹੜੀ ਆ ਉਹ ਸਾਡੀ ਪੂਰੀ ਹੋਵੇ। ਉਹ ਪਰਮਾਤਮਾ ਦੇ ਨਾਮ ਦੇ ਵਿੱਚ ਅਸੀਂ ਪ੍ਰਾਰਥਨਾ ਜੋ ਵੀ ਕਰਦੇ ਹਾਂ ਉਹਨੂੰ ਅਸੀਂ पूरा मनना चाहते हैं। हे स्वर्गीय पिता, जैसे आपकी इच्छा स्वर्ग में पूरी होती हो धरती पर भी हो। आपका राज आए, हमें दिन भर की रोटी दिया करे। आप ही हमारे जीवन की रोटी और बल हो। जैसे हम अपने अपराधियों को क्षमा करते हैं, आप भी हमारे अपराधों को क्षमा कीजिए। किसी परीक्षा में मत डालिए, सब बुराइयों से बचा के रखें। जे सारा जलाल और पराक्रम हमेशा हमेशा के लिए आपका है। इन द नेम ऑफ द फादर, सन एंड होली स्पिरिट, Amen. God bless you, my sister and brothers. God is peace with you. Thank you. Thank you.